ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਅੱਜ ਗੱਲ ਕਰਦੇ ਹਾਂ ਚਿੰਤਾ ਨੂੰ ਦਿਮਾਗ ਤੋਂ ਕਿਵੇਂ ਕੱਢਿਆ ਜਾਏ। ਚਿੰਤਾ ਇੱਕ ਅੱਜ ਕੱਲ੍ਹ ਦੀ ਜੋ ਹੈ ਆਮ ਸਮੱਸਿਆ ਬਣ ਗਈ ਹੈ। ਲੋਕ ਹਰ ਨਿੱਕੀ ਨਿੱਕੀ ਗੱਲ ਦੀ ਚਿੰਤਾ ਕਰਨ ਲੱਗ ਜਾਂਦੇ ਹਨ। ਉਸ ਗੱਲ ਨੂੰ ਵਾਰ-ਵਾਰ ਸੋਚੀ ਰੱਖਦੇ ਹਨ ਅਤੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ। ਇਹ ਇੱਕ ਮਾਨਸਿਕ ਰੋਗ ਹੁੰਦਾ ਹੈ ਜੋ ਬੰਦੇ ਨੂੰ ਦਿਮਾਗੀ ਤੌਰ 'ਤੇ ਬਿਮਾਰ ਰੱਖਦਾ ਹੈ। ਅਜਿਹੀ ਹੀ ਕਹਾਣੀ ਤੁਹਾਨੂੰ ਸੁਣਾਉਣ ਲੱਗੇ ਹਾਂ। ਹੋ ਸਕਦਾ ਹੈ ਤੁਹਾਨੂੰ ਪਸੰਦ ਆਏ ਅਤੇ ਤੁਹਾਡੇ ਇਸ ਚਿੰਤਾ ਨੂੰ ਦਿਮਾਗ ਤੋਂ ਬਾਹਰ ਕੱਢੇ ਅਤੇ ਇਸ ਨੂੰ ਬਾਹਰ ਕੱਢਣ ਦਾ ਹੱਲ ਵੀ ਮਿਲ ਜਾਵੇ। ਮੈਂ ਉਸ ਰਾਤ ਨੂੰ ਕਦੇ ਨਹੀਂ ਭੁੱਲਾਂਗਾ ਜਦੋਂ ਮੈਰੀਅਨ ਜੇ ਡਗਲਸ ਕੁਝ ਸਾਲ ਪਹਿਲਾਂ ਮੇਰੀ ਕਲਾਸ ਦਾ ਵਿਦਿਆਰਥੀ ਸੀ। ਇੱਥੇ ਮੈਂ ਉਸ ਦੀ ਅਸਲੀ ਕਹਾਣੀ ਸੁਣਾ ਰਿਹਾ ਹਾਂ ਜੋ ਉਸਨੇ ਸਾਡੀ ਕਲਾਸ ਵਿੱਚ ਕਹੀ ਸੀ। ਉਸਨੇ ਆਪਣੀ ਪਰਿਵਾਰ ਦੇ 2 ਵਾਰ ਪਈ ਬਿਪਤਾ ਦਾ ਹਾਲ ਦੱਸਿਆ ਸੀ। ਪਹਿਲੀ ਬਿਪਤਾ ਉਦੋਂ ਆਈ ਜਦੋਂ ਉਸਦੀ ਅੱਖਾਂ ਦੀ ਪੁਤਲੀ, ਉਸਦੀ 5 ਸਾਲ ਦੀ ਬੇਟੀ ਇਸ ਸੰਸਾਰ ਵਿੱਚੋਂ ਚੱਲ ਵਸੀ। ਉਸ ਨੂੰ ਅਤੇ ਉਸਦੀ ਪਤਨੀ ਨੂੰ ਲੱਗਾ ਕਿ ਉਹ ਇਸ ਔਖੇ ਸਮੇਂ ਨੂੰ ਸਹਿ ਨਹੀਂ ਸਕਣਗੇ, ਪਰ ਉਸਦੇ 10 ਮਹੀਨਿਆਂ ਬਾਅਦ ਹੀ ਪ੍ਰਮਾਤਮਾ ਨੇ ਉਹਨਾਂ ਨੂੰ ਇੱਕ ਬੱਚੀ ਦੇ ਦਿੱਤੀ। ਪਰ ਉਹ ਵੀ 5 ਦਿਨ ਉਹਨਾਂ ਦੇ ਵਿਚਕਾਰ ਰਹਿ ਕੇ ਚੱਲ ਵਸੀ। ਇਹ ਦੋਹਰਾ ਵਿਯੋਗ ਉਸ ਲਈ ਅਤਿਅੰਤ ਅਸਹਿ ਹੋ ਉੱਠਿਆ। ਉਸਨੇ ਕਿਹਾ, ਮੈਂ ਇਸ ਨੂੰ ਸਹਿ ਨਹੀਂ ਸਕਿਆ। ਮੇਰਾ ਖਾਣਾ, ਸੌਣਾ, ਪੀਣਾ ਸਭ ਕੁਝ ਹਰਾਮ ਹੋ ਗਿਆ। ਨਾ ਕੋਈ ਆਰਾਮ ਕਰ ਸਕਦਾ ਸੀ ਤੇ ਨਾ ਨਿਸ਼ਚਿਤ ਹੋ ਕੇ ਜੀ ਸਕਦਾ ਸੀ। ਮੇਰੇ ਤੰਤੂ ਬੁਰੀ ਤਰ੍ਹਾਂ ਨਾਲ ਝਕਝੋਰ ਹੋ ਉੱਠੇ ਸਨ ਅਤੇ ਮੇਰੀ ਉਮੀਦ ਆਸਥਾ ਟੁੱਟ ਚੁੱਕੀ ਸੀ। ਅਖੀਰ ਉਹ ਡਾਕਟਰਾਂ ਕੋਲ ਗਿਆ। ਉਸਨੇ ਦੱਸਿਆ, ਮੈਨੂੰ ਅਜਿਹਾ ਲੱਗਦਾ ਹੈ ਜਿਵੇਂ ਮੇਰਾ ਸਰੀਰ ਸ਼ਿਕੰਜੇ ਵਿੱਚ ਰੱਖ ਦਿੱਤਾ ਗਿਆ ਹੋਵੇ ਅਤੇ ਉਹ ਹੋਰ ਜ਼ਿਆਦਾ ਕੱਸਦਾ ਜਾ ਰਿਹਾ ਹੋਵੇ। ਜੇ ਤੁਸੀਂ ਵੀ ਕਦੇ ਅਨੁਭਵ ਕੀਤਾ ਹੋਵੇ ਤਾਂ ਜਾਣਦੇ ਹੋਵੋਗੇ ਕਿ ਦੁੱਖ ਦਾ ਵੇਗ ਕਿੰਨਾ ਪ੍ਰਚੰਡ ਹੁੰਦਾ ਹੈ। ਪਰੰਤੂ ਰੱਬੀ ਕਿਰਪਾ ਨਾਲ ਮੇਰੇ ਇੱਕ 4 ਸਾਲ ਦਾ ਬਾਲਕ ਹੋਰ ਸੀ। ਉਸਨੇ ਮੈਨੂੰ ਆਪਣੀ ਸਮੱਸਿਆ ਦਾ ਹੱਲ ਸੁਝਾਇਆ। ਇੱਕ ਦਿਨ ਸ਼ਾਮ ਨੂੰ ਜਦੋਂ ਮੈਂ ਉਦਾਸ ਬੈਠਾ ਸੀ, ਉਹ ਆਇਆ ਅਤੇ ਪੁੱਛਣ ਲੱਗਾ, ਪਿਤਾ ਜੀ, ਮੇਰੇ ਲਈ ਇੱਕ ਕਿਸ਼ਤੀ ਬਣਾ ਦਿਓਗੇ? ਕਿਸ਼ਤੀ ਬਣਾਉਣ ਦੀ ਮਨ ਦੀ ਸਥਿਤੀ ਮੇਰੀ ਨਹੀਂ ਸੀ। ਅਸਲ ਵਿੱਚ ਮੈਂ ਕੁਝ ਵੀ ਕਰਨ ਦੀ ਹਾਲਤ ਵਿੱਚ ਨਹੀਂ ਸੀ। ਫਿਰ ਵੀ ਉਸ ਜਿੱਦੀ ਬਾਲਕ ਦੀ ਗੱਲ ਨੂੰ ਮੈਨੂੰ ਮੰਨਣੀ ਪਈ। ਕਿਸ਼ਤੀ ਦਾ ਉਹ ਖਿਡੌਣਾ ਬਣਾਉਣ ਵਿੱਚ ਮੈਨੂੰ 3 ਘੰਟੇ ਲੱਗੇ। ਬਣਾ ਚੁੱਕਣ ਤੋਂ ਬਾਅਦ ਮੈਨੂੰ ਮਾਨਸਿਕ ਸ਼ਾਂਤੀ ਅਤੇ ਰਾਹਤ ਦਾ ਅਨੁਭਵ ਹੋਇਆ, ਜਿਸ ਦਾ ਅਨੁਭਵ ਮੈਂ ਕਈ ਮਹੀਨਿਆਂ ਤੋਂ ਨਹੀਂ ਕਰ ਪਾਇਆ ਸੀ। ਇਸ ਅਨੁਭਵ ਨੇ ਮੈਨੂੰ ਉਦਾਸੀਨਤਾ ਤੋਂ ਛੁਟਕਾਰਾ ਦਿਵਾਇਆ ਅਤੇ ਮੈਨੂੰ ਕੁਝ ਸੋਚਣ ਵਿਚਾਰਨ ਦੀ ਪ੍ਰੇਰਣਾ ਦਿੱਤੀ। ਕਈ ਮਹੀਨਿਆਂ ਬਾਅਦ ਮੈਂ ਪਹਿਲੀ ਵਾਰ ਕੁਝ ਸੋਚ ਸਕਿਆ। ਮੈਨੂੰ ਲੱਗਿਆ ਕਿ ਜਿਸ ਕੰਮ ਕਰਨ ਵਿੱਚ ਆਯੋਜਨ ਅਤੇ ਸੋਚ ਵਿਚਾਰ ਦੀ ਜ਼ਰੂਰਤ ਹੋਵੇ, ਉਸ ਕੰਮ ਨੂੰ ਕਰਦੇ ਸਮੇਂ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਚਿੰਤਾ ਨਹੀਂ ਰਹਿੰਦੀ। ਮੇਰੇ ਇਸ ਕਿਸ਼ਤੀ ਬਣਾਉਣ ਦੇ ਕੰਮ ਨੇ ਮੇਰੀ ਚਿੰਤਾ ਨੂੰ ਜੜ੍ਹਾਂ ਤੋਂ ਉਖਾੜ ਸੁੱਟਿਆ ਅਤੇ ਮੈਨੂੰ ਆਪਣੇ ਆਪ ਨੂੰ ਵਿਅਸਤ ਰੱਖਣ ਦਾ ਨਿਸ਼ਚਾ ਕੀਤਾ। ਦੂਜੀ ਰਾਤ ਨੂੰ ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖਣ ਦਾ ਨਿਸ਼ਚਾ ਕਰਕੇ ਘਰ ਦੇ ਹਰ ਇੱਕ ਕਮਰੇ ਵਿੱਚ ਗਿਆ। ਉਹਨਾਂ ਵਿੱਚ ਕੀਤੇ ਜਾਣ ਵਾਲੇ ਕੁਝ ਜ਼ਰੂਰੀ ਕੰਮਾਂ ਦੀ ਸੂਚੀ ਤਿਆਰ ਕਰ ਲਈ। 20 ਜਗ੍ਹਾ ਮੁਰੰਮਤ ਦੀ ਜ਼ਰੂਰਤ ਸੀ। ਬੁੱਕਕੇਸ, ਪੌੜੀਆਂ, ਖਿੜਕੀਆਂ ਦੇ ਛੱਜੇ, ਨੋਬ, ਤਾਲੇ ਅਤੇ ਲਟਕਦੇ ਹੋਏ ਨਲਕੇ ਆਦਿ ਕਈ ਚੀਜ਼ਾਂ ਨੂੰ ਮੁਰੰਮਤ ਦੀ ਜ਼ਰੂਰਤ ਸੀ। ਤੁਹਾਨੂੰ ਹੈਰਾਨੀ ਹੋਵੇਗੀ ਕਿ 2 ਹਫ਼ਤਿਆਂ ਦੇ ਅੰਦਰ ਮੈਂ ਇਹਨਾਂ 242 ਕੰਮਾਂ ਦੀ ਸੂਚੀ ਬਣਾ ਲਈ, ਜਿਨ੍ਹਾਂ ਉੱਤੇ ਧਿਆਨ ਦੇਣਾ ਜ਼ਰੂਰੀ ਸੀ। ਮੈਂ ਪਿਛਲੇ 2 ਸਾਲਾਂ ਵਿੱਚ ਜ਼ਿਆਦਾਤਰ ਕੰਮ ਪੂਰਾ ਕਰ ਲਿਆ ਹੈ ਅਤੇ ਆਪਣੇ ਜੀਵਨ ਨੂੰ ਉਤਸ਼ਾਹ ਵਧਾਉਣ ਵਾਲੀਆਂ ਕਾਰਜ ਪ੍ਰਵਿਰਤੀਆਂ ਨਾਲ ਭਰ ਦਿੱਤਾ ਹੈ। ਹਫ਼ਤੇ ਵਿੱਚ 2 ਰਾਤਾਂ ਲਈ ਮੈਂ ਨਿਊਯਾਰਕ ਦੀ ਪ੍ਰੌੜ ਸਿੱਖਿਆ ਸੰਬੰਧੀ ਕਲਾਸਾਂ ਵਿੱਚ ਭਾਗ ਲੈਂਦਾ ਹਾਂ। ਆਪਣੇ ਕਸਬੇ ਦੀਆਂ ਕਈ ਨਾਗਰਿਕ
ਪ੍ਰਵਿਰਤੀਆਂ ਵਿੱਚ ਵੀ ਹਿੱਸਾ ਲੈ ਚੁੱਕਿਆ ਹਾਂ ਅਤੇ ਅੱਜ ਕੱਲ੍ਹ ਇੱਕ ਸਕੂਲ ਬੋਰਡ ਦਾ ਚੇਅਰਮੈਨ ਹਾਂ ਅਤੇ ਰੈੱਡ ਕਰਾਸ ਵਰਗੀਆਂ ਸੰਸਥਾਵਾਂ ਲਈ ਚੰਦਾ ਇਕੱਠਾ ਕਰਨ ਵਿੱਚ ਸਹਿਯੋਗ ਵੀ ਕਰਦਾ ਹਾਂ। ਹੁਣ ਮੈਂ ਇੰਨਾ ਰੁੱਝਿਆ ਰਹਿੰਦਾ ਹਾਂ ਕਿ ਚਿੰਤਾ ਕਰਨ ਲਈ ਸਮਾਂ ਨਹੀਂ ਰਹਿੰਦਾ। ਸੋ ਸੰਗਤ ਜੀ, ਸਾਨੂੰ ਵੀ ਇਹ ਚਿੰਤਾਵਾਂ ਛੱਡ ਦੇਣੀਆਂ ਚਾਹੀਦੀਆਂ ਹਨ। ਦਿਮਾਗ ਨੂੰ ਵਿਅਸਤ ਰੱਖਣਾ ਚਾਹੀਦਾ ਹੈ ਆਪਣੇ ਘਰ ਦਿਆਂ ਕੰਮਾਂ ਵਿੱਚ। ਜੇਕਰ ਫਿਰ ਵੀ ਕੰਮ ਕਰਨ ਤੋਂ ਬਾਅਦ ਸਾਡੇ ਕੋਲ ਸਮਾਂ ਬਚਦਾ ਹੈ ਤੇ ਸਾਨੂੰ ਪਰਮਾਤਮਾ ਦੇ ਲੜ ਲੱਗਣਾ ਚਾਹੀਦਾ ਹੈ, ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਿੰਤਾ ਛੱਡੋ ਅਤੇ ਸੁੱਖ ਨਾਲ ਜੀਓ।